ਹੈਲੋ ਐਂਡ ਵੈਲਕਮ ਟੂ ਰੇਸ ਅਕੈਡਮੀ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ। ਕਰੰਟ ਅਫੇਅਰਸ ਦੇ ਵਿੱਚ ਅੱਜ ਆਪਾਂ 27 ਸਤੰਬਰ ਦੇ ਇੰਪੋਰਟੈਂਟ ਕਰੰਟ ਅਫੇਅਰਸ ਦੀ ਗੱਲ ਕਰਨੀ ਹੈ। ਦਿਸ ਵੀਡੀਓ ਇਜ਼ ਪ੍ਰੈਜ਼ੈਂਟਡ ਬਾਈ ਮੀ ਰਮਨਦੀਪ ਕੌਰ। ਮੇਕ ਸ਼ੋਰ ਕਿ ਇਸ ਤੋਂ ਪਹਿਲਾਂ ਅਗਸਤ ਮੰਥ ਦੀਆਂ ਤੇ ਸੈਪਟੰਬਰ ਮੰਥ ਦੀਆਂ ਸਾਰੀਆਂ ਵੀਡੀਓਜ਼ ਨੇ ਤੁਸੀਂ ਜਿਹੜੀਆਂ ਦੇਖ ਲੈਣੀਆਂ ਨੇ ਤਾਂ ਕਿ ਜਿਹੜੀ ਤੁਹਾਡੀ ਰਿਵੀਜ਼ਨ ਹੈ ਬੈਟਰ ਵੇ ਨਾਲ ਹੋ ਸਕੇ। ਠੀਕ ਹੈ, ਜਿਹੜੀਆਂ ਵੀਕਲੀ MCQ ਦੀਆਂ ਵੀਡੀਓਜ਼ ਹੁੰਦੀਆਂ ਨੇ ਉਹ ਵੀ ਸਾਰੀਆਂ ਤੁਸੀਂ ਦੇਖਣੀਆਂ ਨੇ। ਅਗਸਤ ਮੰਥ ਦੀ ਇੱਕ ਅਪਾਇੰਟਮੈਂਟਸ ਦੀ ਅਲੱਗ ਤੋਂ ਵੀਡੀਓ ਹੈ ਜਿਹਦੇ ਵਿੱਚ ਸਿਰਫ ਇੰਪੋਰਟੈਂਟ ਅਪਾਇੰਟਮੈਂਟਸ ਆਫ ਅਗਸਤ ਮੰਥ ਦੀਆਂ ਇਨਕਲੂਡ ਕੀਤੀਆਂ ਗਈਆਂ ਨੇ, ਤਾਂ ਉਹ ਜ਼ਰੂਰ ਦੇਖ ਲਿਓ। ਸੈਪਟੰਬਰ ਮੰਥ ਆਪਣਾ ਕੰਪਲੀਟ ਹੋਣ ਵਾਲਾ, ਜਦੋਂ ਹੀ ਕੰਪਲੀਟ ਹੋ ਗਿਆ ਇੰਪੋਰਟੈਂਟ ਡੇਜ਼ ਮਤਲਬ ਆਪਣੇ ਸੈਪਟੰਬਰ ਤੇ ਅਗਸਤ ਦੇ ਇਕੱਠੇ ਕਰਕੇ ਹੈ ਨਾ ਇੰਪੋਰਟੈਂਟ ਡੇਜ਼ ਹੋ ਜਾਣਗੇ ਅਤੇ ਬੁੱਕਸ ਹੈ ਨਾ ਇੰਪੋਰਟੈਂਟ, ਅਤੇ ਉਹ ਐਗਰੀਗੇਟ ਕਰਕੇ ਅਤੇ ਤੀਜੀ ਇਕੱਲੇ ਸੈਪਟੰਬਰ ਮੰਥ ਦੇ ਅਪਾਇੰਟਮੈਂਟਸ ਦੀ ਇਹ ਤਿੰਨੇ ਵੀਡੀਓਜ਼ ਤੁਹਾਨੂੰ ਜ਼ਰੂਰ ਮਿਲ ਜਾਣਗੀਆਂ ਤਾਂ ਕਿ ਜਿਹੜੀ ਤੁਹਾਡੀ ਕਰੰਟ ਅਫੇਅਰਸ ਦੇ ਵਿੱਚ ਹੋਰ ਵੀ ਜ਼ਿਆਦਾ ਐਫੀਸ਼ੀਐਂਸੀ ਆ ਸਕੇ। ਠੀਕ ਹੈ, ਤਾਂ ਮੈਂ ਆਪਣੇ ਵੱਲੋਂ ਕੋਈ ਕਸਰ ਨਹੀਂ ਛੱਡ ਰਹੀ ਤੁਹਾਨੂੰ ਹੈ ਨਾ ਬੈਟਰ ਤੋਂ ਬੈਟਰ ਮਟੀਰੀਅਲ ਪ੍ਰੋਵਾਈਡ ਕਰਾਉਣ ਦੀ ਅਤੇ ਪਲੱਸ ਤੁਹਾਨੂੰ ਰਿਵੀਜ਼ਨ ਕਰਾਉਣ ਦੀ। ਹੈ ਨਾ, ਦੇਖੋ ਇਹ ਗੱਲ ਨਹੀਂ ਹੁੰਦੀ ਹੈਗੀ ਕਿ ਇੱਕ ਦਿਨ ਦੇ ਵਿੱਚ ਆਪਾਂ 50 ਨਿਊਜ਼ ਕਰਨੀਆਂ ਨੇ, ਹੈ ਨਾ ਐਵੇਂ ਲਿਖ ਕੇ ਕਾਪੀਆਂ ਜਿੰਨੀਆਂ ਮਰਜ਼ੀ ਭਰ ਲਓ, ਬਟ ਕੀ ਹੈ ਮੈਟਰ ਕੁਆਲਿਟੀ ਕਰਦੀ ਹੈ, ਕੁਆਂਟਿਟੀ ਨਹੀਂ। ਹੈ ਨਾ, ਜਦੋਂ ਪੇਪਰ ਦੇ ਦੇਣ ਜਾਓਗੇ ਮੰਨ ਲਓ ਤੁਸੀਂ ਲਿਖ ਕੇ ਤਾਂ 4 ਕਾਪੀਆਂ ਭਰ ਰਹੀਆਂ ਕਰੰਟ ਅਫੇਅਰਸ ਦੀਆਂ, ਯਾਦ ਤੁਹਾਨੂੰ ਉਹਦੇ 'ਚ ਇੱਕ 'ਚੋਂ ਅੱਧੀ ਵੀ ਨਹੀਂ ਹੈਗੀ, ਉਹਦਾ ਕੋਈ ਫਾਇਦਾ ਨਹੀਂ ਹੈ। ਠੀਕ ਹੈ, ਜਿੰਨਾ ਕਰੋ ਕੁਆਲਿਟੀ ਵਾਲਾ ਕਰੋ ਬਟ ਯਾਦ ਹੋਵੇ, ਮੈਟਰ ਇਹ ਕਰਦਾ ਕਿਉਂਕਿ ਕਰੰਟ ਅਫੇਅਰ ਇਹੋ ਜਿਹੀ ਚੀਜ਼ ਹੈ ਇੱਕ ਵੀਕ ਦੇ ਕਰਕੇ ਜਦੋਂ ਨੈਕਸਟ ਵੀਕ 'ਤੇ ਮੂਵ ਔਨ ਕਰਦੇ ਹਾਂ ਨਾ ਪਿਛਲੇ ਦੇ ਸਾਰਾ ਕੁਛ ਭੁੱਲ ਜਾਂਦੇ ਹਾਂ ਆਪਾਂ, ਤਾਂ ਉਹਨੂੰ ਯਾਦ ਰੱਖਣਾ ਇੱਕ ਆਪਣੇ ਆਪ ਦੇ ਵਿੱਚ ਹੈ ਨਾ ਖਾਸੀਅਤ ਹੈ। ਤਾਂ ਆਪਾਂ ਯਾਦ ਰੱਖਣਾ, ਆਪਾਂ ਰਿਵੀਜ਼ਨ ਹੀ ਕਰਨੀ ਹੈ ਬੈਟਰ ਵੇ ਨਾਲ, ਅਤੇ ਨਾਲੇ ਨਵੀਆਂ ਨਿਊਜ਼ ਵੀ ਕਰਦੇ ਰਹਾਂਗੇ। ਠੀਕ ਹੈ ਜੀ, ਵਿਦਾਊਟ ਵੇਸਟਿੰਗ ਐਨੀ ਟਾਈਮ ਆਪਾਂ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ। ਸਭ ਤੋਂ ਪਹਿਲੀਆਂ ਜਿਹੜੀ ਨਿਊਜ਼ ਹੈ ਆਪਣੀ ਸਟੇਟ ਨਿਊਜ਼ ਹੈ। ਸਟੇਟ ਨਿਊਜ਼ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਨੇ ਰਾਜਸਥਾਨ ਤੋਂ ਨਿਊਜ਼ ਕਰਨੀ ਹੈ। ਰਾਜਸਥਾਨ ਅਪਰੂਵਡ ਮੋਕਸ਼ ਕਲਸ਼ ਸਕੀਮ। ਮੋਕਸ਼ ਕਲਸ਼ ਸਕੀਮ ਹੈ ਜਿਹੜੀ ਰਾਜਸਥਾਨ ਗਵਰਨਮੈਂਟ ਨੇ ਅਪਰੂਵ ਕਰਤੀ ਹੈ। ਅੱਛਾ, ਇਹ ਜਿਹੜੀ ਸਕੀਮ ਹੈ ਕਿਸ ਚੀਜ਼ ਦੇ ਰਿਗਾਰਡਿੰਗ ਹੈ? ਹੁਣ ਤੁਸੀਂ ਕਹਿ ਰਹੇ ਹੋ ਮੋਕਸ਼ ਹੈ ਨਾ ਕਿੱਦਾਂ ਦੀ ਹੋਊਗੀ, ਕਲਸ਼ ਕਿਹੋ ਜਿਹੀ ਸਕੀਮ ਹੋਊਗੀ ਇਹ? ਤਾਂ ਜਿਹੜੇ ਮ੍ਰਿਤਕ ਹੁੰਦੇ ਨੇ ਮਤਲਬ ਕੋਈ ਪਰਸਨ ਹੈ ਕਿਸੇ ਦੀ ਡੈਥ ਹੋ ਗਈ ਹੈ ਨਾ, ਉਹਦੇ ਪਰਿਵਾਰ ਵਾਲੇ ਹੁੰਦਾ ਨਾ ਕਿ ਹਰਿਦੁਆਰ ਅਸੀਂ ਉਹਦੀਆਂ ਅਸਥੀਆਂ ਗੰਗਾ 'ਚ ਵਹਾ ਕੇ ਆਉਣੀਆਂ ਨੇ ਲਾਈਕ, ਹੈ ਨਾ, ਤਾਂ ਉਹਨਾਂ ਨੂੰ ਉਹਨਾਂ 2 ਪਰਸਨਸ ਨੂੰ ਮਤਲਬ ਜਿਸ ਦੀ ਡੈਥ ਹੋਈ ਹੈ ਉਹਦੇ ਪਰਿਵਾਰ ਦੇ ਕੋਈ ਵੀ 2 ਮੈਂਬਰਸ ਨੂੰ ਮੁਫਤ ਬੱਸ ਸੇਵਾ ਪ੍ਰੋਵਾਈਡ ਕੀਤੀ ਜਾਊਗੀ ਇਸ ਸਕੀਮ ਦੇ ਤਹਿਤ, ਉਹ ਅਗਰ ਹਰਿਦੁਆਰ ਜਾਣਾ ਚਾਹੁੰਦੇ ਨੇ ਤਾਂ। ਠੀਕ ਹੈ, ਤਾਂ ਇਸ ਚੀਜ਼ ਦੇ ਰਿਗਾਰਡਿੰਗ ਇਹ ਸਕੀਮ ਹੈਗੀ, ਰਾਜਸਥਾਨ ਗਵਰਨਮੈਂਟ ਨੇ ਇਹਨੂੰ ਅਪਰੂਵ ਕਰਤਾ। ਠੀਕ ਹੈ, ਤਾਂ ਇਹ ਤੁਸੀਂ ਯਾਦ ਰੱਖਣਾ ਰਾਜਸਥਾਨ ਤੋਂ ਪ੍ਰੀਵੀਅਸ ਡੇ ਦੇ ਵਿੱਚ ਇੱਕ ਨਿਊਜ਼ ਆਈ ਸੀ ਇੰਦਰਾ ਰਸੋਈ ਯੋਜਨਾ ਜਿਹਦੇ ਵਿੱਚ ਕੀ ਹੈ ਜਿਹੜੇ ਨੀਡੀ ਅਤੇ ਪੂਅਰ ਲੋਕ ਮਤਲਬ ਗਰੀਬ ਅਤੇ ਜਿਹੜੇ ਲੋੜਵੰਦ ਲੋਕ ਨੇ, ਗਰੀਬ ਲੋਕ ਨੇ, ਉਹਨਾਂ ਨੂੰ ਕੀ ਹੈ ਨਿਊਟਰੀਸ਼ੀਅਸ ਫੂਡ ਦੀ ਇੱਕ ਪਲੇਟ 8 ਰੁਪਏ ਪਰ ਪਲੇਟ ਦੇ ਤੌਰ 'ਤੇ ਪ੍ਰੋਵਾਈਡ ਕੀਤੀ ਜਾਊਗੀ ਤਾਂ ਕਿ ਉਹ ਆਪਣਾ ਭਰਪੇਟ ਭੋਜਨ ਕਰ ਸਕਣ ਬਿਨਾਂ ਕਿਸੇ ਪੈਸੇ ਦੀ ਦਿੱਕਤ ਤੋਂ। ਠੀਕ ਹੈ, ਕਿਉਂਕਿ 8 ਰੁਪਏ ਬਹੁਤ ਹੀ ਜ਼ਿਆਦਾ ਨੋਮੀਨਲ ਜੀ ਅਮਾਊਂਟ ਇਹਨਾਂ ਨੇ ਰੱਖੀ ਹੈ, ਤਾਂ ਇੰਦਰਾ ਰਸੋਈ ਯੋਜਨਾ ਯਾਦ ਰੱਖਣੀ ਹੈ। ਜੇ ਮੈਂ ਰਾਜਸਥਾਨ ਦੇ CM ਦੀ ਗੱਲ ਕਰਾਂ ਅਸ਼ੋਕ ਗਹਿਲੋਟ ਉਹਨਾਂ ਦਾ ਨਾਮ ਹੈ, ਯਾਦ ਰੱਖਣਾ। ਗਵਰਨਰ ਹੈਗੇ ਆ ਜੀ ਕਲਰਾਜ ਮਿਸ਼ਰਾ, ਇਹ ਵੀ ਯਾਦ ਰੱਖ ਲਿਓ। ਹਾਈ ਕੋਰਟ ਦੇ ਚੀਫ ਜਸਟਿਸ ਮੈਂ ਤੁਹਾਨੂੰ ਬਹੁਤ ਬੈਟਰ ਵੇ ਨਾਲ ਯਾਦ ਕਰਵਾਏ ਸੀ ਇਹਨਾਂ ਦੇ। ਦੇਖੋ ਇੰਦਰਾ ਰਸੋਈ ਯੋਜਨਾ ਕਿਹਦੀ ਕੀਤੀ ਆਪਾਂ ਰਾਜਸਥਾਨ ਦੀ, ਤਾਂ ਇੰਦਰਾ ਤੋਂ ਹੀ ਨਾਮ ਹੈ ਉਹਨਾਂ ਦਾ, ਇੰਦਰਜੀਤ ਮੋਹੰਤੀ। ਠੀਕ ਹੈ, ਤਾਂ ਇਹ ਵੀ ਤੁਸੀਂ ਯਾਦ ਰੱਖਣਾ ਹੈ। ਰਾਜਸਥਾਨ ਤੋਂ ਹੋਰ ਕੀ ਯਾਦ ਰੱਖ ਸਕਦੇ ਹੋ ਤੁਸੀਂ? ਸਰਿਸਕਾ ਨੈਸ਼ਨਲ ਪਾਰਕ ਇੱਥੇ ਹੀ ਹੈ, ਰਣਥੰਭੌਰ ਨੈਸ਼ਨਲ ਪਾਰਕ ਇੱਥੇ ਹੀ ਹੈ। ਤਾਂ ਦੋਨੋਂ ਦੇ ਦੋਨੋਂ ਪਾਰਕ ਵੀ ਤੁਸੀਂ ਰਾਜਸਥਾਨ ਤੋਂ ਯਾਦ ਰੱਖਣੇ ਆ। ਠੀਕ ਹੈ, ਸਭ ਤੋਂ ਵੱਧ ਏਰੀਆ ਵੀ ਰਾਜਸਥਾਨ ਦਾ ਹੀ ਹੈ। ਨੈਕਸਟ ਕੀ ਹੈ ਨਿਊਜ਼, ਅਸਮ ਤੋਂ ਹੈ। ਮੁੱਖ ਮੰਤਰੀ ਗ੍ਰਾਮ ਟਰਾਂਸਪੋਰਟ ਅਛੋਨੀ ਯੋਜਨਾ ਹੈ ਜਿਹੜੀ, ਇਹ ਅਸਮ ਗਵਰਨਮੈਂਟ ਦੀ ਹੈ। ਅੱਛਾ, ਇਹ ਯੋਜਨਾ ਦੇ ਤਹਿਤ ਕੀਤਾ ਕੀ ਜਾਊਗਾ? ਇੰਪਾਵਰਮੈਂਟ ਵਧੂਗੀ, ਮਤਲਬ ਰੁਜ਼ਗਾਰ ਦੇ ਮੌਕੇ ਵਧਣਗੇ ਅਤੇ ਕਨੈਕਟੀਵਿਟੀ ਵਧੂਗੀ। ਅੱਛਾ, ਇਹ ਕਿਵੇਂ ਵਧੂਗੀ? ਈ ਰਿਕਸ਼ਾ ਪ੍ਰੋਵਾਈਡ ਕੀਤਾ ਜਾਊਗਾ। ਮਤਲਬ ਕੀ ਹੈ, ਜਿਹੜੇ ਪਿੰਡ ਨੇ, ਗ੍ਰਾਮੀਣ ਖੇਤਰ ਨੇ, ਠੀਕ ਹੈ, ਉਹਨਾਂ ਦੇ ਨਾਲ ਸੰਬੰਧ ਕਾਇਮ ਕਰਨ ਦੇ ਲਈ, ਕਨੈਕਟੀਵਿਟੀ ਦੇ ਲਈ ਈ ਰਿਕਸ਼ਾ ਚਲਾਇਆ ਜਾਊਗਾ। ਇਹਦੇ ਨਾਲ ਤਾਂ ਇੱਕ ਤਾਂ ਈ ਰਿਕਸ਼ਾ ਦੇ ਤੌਰ 'ਤੇ ਇੰਪਲੋਇਮੈਂਟ ਰੁਜ਼ਗਾਰ ਪੈਦਾ ਹੋਊਗਾ, ਦੂਜੀ ਉਹ ਜਿਹੜੇ ਖੇਤਰਾਂ ਤੱਕ ਪਹੁੰਚਿਆ ਨਹੀਂ ਜਾ ਸਕਦਾ ਸੀ ਉਹਨਾਂ ਨਾਲ ਕਨੈਕਟੀਵਿਟੀ ਵਧੂਗੀ। ਠੀਕ ਹੈ, ਤਾਂ ਇਸ ਚੀਜ਼ ਦੇ ਰਿਗਾਰਡਿੰਗ ਜਿਹੜੀ ਇਹ ਸਕੀਮ ਹੈ ਅਸਮ ਗਵਰਨਮੈਂਟ ਨੇ ਇਹਨੂੰ ਲਾਂਚ ਕੀਤਾ, ਦੈਟ ਇਜ਼ ਮੁੱਖ ਮੰਤਰੀ ਗ੍ਰਾਮ ਟਰਾਂਸਪੋਰਟ ਅਛੋਨੀ ਯੋਜਨਾ। ਠੀਕ ਹੈ, ਇਹਨੂੰ ਯਾਦ ਰੱਖਣਾ। CM ਦੀ ਜੇ ਮੈਂ ਗੱਲ ਕਰਾਂ, ਸਰਬਾਨੰਦ ਸੋਨੋਵਾਲ ਇੱਥੋਂ ਦੇ CM ਨੇ। ਗਵਰਨਰ ਹੈਗੇ ਆ ਜੀ ਜਗਦੀਸ਼ ਮੁਖੀ। ਕਾਜ਼ੀਰੰਗਾ ਨੈਸ਼ਨਲ ਪਾਰਕ ਇੱਥੇ ਹੈ, ਕਾਜ਼ੀਰੰਗਾ ਨੈਸ਼ਨਲ ਪਾਰਕ ਜਿਹੜਾ ਕਿ 1 ਹੌਰਨ ਰਹੀਨੋ ਲਈ ਫੇਮਸ ਹੈ, ਅਤੇ ਗੋਲਡਨ ਟਾਈਗਰ ਹੈ ਜਿਹੜਾ ਇੱਥੇ ਦੇਖਿਆ ਗਿਆ ਸੀ। ਠੀਕ ਹੈ, ਮੈਂ ਤੁਹਾਨੂੰ ਕਰਾਇਆ ਹੋਇਆ। ਮਾਨਸ ਨੈਸ਼ਨਲ ਪਾਰਕ ਵੀ ਇੱਥੇ ਹੀ ਹੈ, ਇਹ ਵੀ ਯਾਦ ਰੱਖਣਾ ਤੁਸੀਂ। ਗੁਹਾਟੀ ਹਾਈ ਕੋਰਟ ਦੇ ਅੰਤਰਗਤ ਇਹ ਆਉਂਦਾ। ਗੁਹਾਟੀ ਹਾਈ ਕੋਰਟ ਦੇ ਜਿਹੜੇ ਚੀਫ ਜਸਟਿਸ ਨੇ ਦੈਟ ਇਜ਼ ਅਜੇ ਲਾਂਬਾ। ਤਾਂ ਸਾਰੇ ਦਾ ਸਾਰਾ ਚੀਜ਼ਾਂ ਜਿਹੜੀ ਤੁਸੀਂ ਇਹਦੇ ਤੋਂ ਯਾਦ ਰੱਖਣੀਆਂ ਨੇ। ਅਸਮ ਇੱਕ ਇਹੋ ਜਿਹੀ ਸਟੇਟ ਹੈ, ਇੱਧਰਲੀ ਦੇਖੋ ਆਪਣਾ ਇੰਡੀਆ ਐਵੇਂ ਦਾ ਕੁਛ ਨਕਸ਼ਾ ਹੈ, ਇੱਧਰਲੀ ਸਾਈਡ 7 ਸਿਸਟਰਸ ਹੈ ਨਾ, 7 ਸਿਸਟਰ, ਤਾਂ ਉਹ ਸਭ ਦੇ ਨਾਲ ਹੈ ਜਿਹੜਾ ਬਾਊਂਡਰੀ ਸ਼ੇਅਰ ਕਰਨ ਵਾਲਾ ਇੱਕੋ ਇੱਕ ਰਾਜ ਹੈ, ਦੈਟ ਇਜ਼ ਅਸਾਮ।
ਜਿਹੜੇ ਇੱਧਰ ਬਾਕੀ ਦੀਆਂ ਸਾਰੀਆਂ ਚਾਹੇ ਅਰੁਣਾਚਲ ਪ੍ਰਦੇਸ਼, ਤ੍ਰਿਪੁਰਾ ਵਗੈਰਾ ਵਗੈਰਾ ਜੋ ਵੀ ਇੱਧਰ ਆ ਜਾਂਦੇ ਨੇ ਸਾਰੇ, ਮਿਜ਼ੋਰਮ ਹੈ ਨਾ, ਸਭ ਦੇ ਨਾਲ ਕੀ ਆਪਣਾ ਇਹ ਬਾਉਂਡਰੀ ਵਗੈਰਾ ਸ਼ੇਅਰ ਕਰਦਾ ਅਸਮ। ਤਾਂ ਇਹ ਵੀ ਤੁਸੀਂ ਯਾਦ ਰੱਖਣਾ। ਦੁਨੀਆ ਦਾ ਸਭ ਤੋਂ ਵੱਡਾ ਜਿਹੜਾ ਰੀਵਰ ਆਈਲੈਂਡ ਆ ਉਹ ਵੀ ਇੱਥੇ ਹੀ ਹੈ, ਦੈਟ ਇਜ਼ ਮਜੂਲੀ ਆਈਲੈਂਡ। ਠੀਕ ਹੈ, ਤਾਂ ਇਹ ਕੁਐਸਚਨ ਆਇਆ ਵਾ ਪੇਪਰ ਦੇ ਵਿੱਚ, ਹਾਈ ਕੋਰਟ ਦੇ ਕਲੈਰੀਕਲ ਐਗਜ਼ਾਮ ਦੇ ਵਿੱਚ ਆਇਆ ਸੀ, ਆਈ ਥਿੰਕ 2016 ਦੇ ਵਿੱਚ ਹੋਇਆ ਸੀ ਉਹ, ਤਾਂ ਉਹਦੇ 'ਚ ਆਇਆ ਸੀਗਾ ਇਹ ਮਜੂਲੀ। ਤਾਂ ਇਹ ਵੀ ਤੁਸੀਂ ਯਾਦ ਇਹਦੇ ਤੋਂ ਰੱਖ ਲੈਣਾ। ਕਲੀਅਰ ਹੈ ਜੀ। ਚਲੋ ਨੈਕਸਟ ਨਿਊਜ਼ ਦੇ ਉੱਤੇ ਆਪਾਂ ਮੂਵ ਔਨ ਕਰਦੇ ਹਾਂ। ਨੈਕਸਟ ਆਪਣੀ ਹੈਗੀ ਇੰਟਰਨੈਸ਼ਨਲ ਨਿਊਜ਼। ਹਾਂਜੀ, ਇੰਟਰਨੈਸ਼ਨਲ ਨਿਊਜ਼ ਦੈਟ ਇਜ਼ ਫਰੋਮ ਯੂਕੇ ਐਂਡ UN। ਯੂਕੇ ਐਂਡ UN ਹੈ ਜਿਹੜਾ, ਯੂਨਾਈਟਿਡ ਕਿੰਗਡਮ ਅਤੇ ਯੂਨਾਈਟਿਡ ਨੇਸ਼ਨ, ਇਹ ਦੋਨੋਂ ਹੋਸਟ ਕਰਨਗੇ ਕੀ ਗਲੋਬਲ ਕਲਾਈਮੇਟ ਸਮਿਟ 2020। ਠੀਕ ਹੈ, ਤਾਂ ਇਹ ਹੋਸਟ ਕਰਨਗੇ, ਤੁਸੀਂ ਯਾਦ ਰੱਖਣਾ ਹੈਗਾ। ਅੱਛਾ, ਤਾਂ UN ਦੇ ਬਾਰੇ ਜੇ ਆਪਾਂ ਸਟੈਟਿਕ ਇਨਫੋਰਮੇਸ਼ਨ ਦੀ ਗੱਲ ਕਰੀਏ, UN ਦਾ ਪਹਿਲਾਂ UN ਤੋਂ ਇਲਾਵਾ ਛੱਡੋ, ਤੁਸੀਂ ਪਹਿਲਾਂ 12 ਦਸੰਬਰ 2020 ਨੂੰ ਜਿਹੜੀ ਇਹ ਹੋਣੀ ਹੈ, ਇਹ ਵੀ ਤੁਸੀਂ ਯਾਦ ਰੱਖਣਾ। ਪੈਰਿਸ ਐਗਰੀਮੈਂਟ ਹੋਇਆ ਸੀ ਨਾ ਜਿਹੜਾ, ਉਹਦੀ 5th ਐਨੀਵਰਸਰੀ 'ਤੇ ਆਯੋਜਿਤ ਕੀਤੀ ਗਈ ਹੈ, ਇਹ ਯਾਦ ਰੱਖ ਲਿਓ। ਯੂਨਾਈਟਿਡ ਨੇਸ਼ਨ ਹੈ ਜਿਹੜਾ 24 ਅਕਤੂਬਰ 1945 ਦੇ ਵਿੱਚ ਫਾਊਂਡ ਹੋਇਆ, ਤਾਂ ਹੀ ਕਰਕੇ 24 ਅਕਤੂਬਰ ਨੂੰ UN ਡੇ ਮਨਾਇਆ ਜਾਂਦਾ ਹੈ। ਠੀਕ ਹੈ, ਅਤੇ ਇਹਦਾ ਹੈੱਡਕੁਆਟਰ ਹੈਗਾ ਨਿਊਯਾਰਕ, ਮੈਂ ਤੁਹਾਨੂੰ ਕਰਵਾਇਆ ਹੋਇਆ ਇਹ। ਐਂਟੀਨੀਓ ਗੁਟੈਰਸ ਇਹਦੇ ਹੈੱਡ ਨੇ। ਠੀਕ ਹੈ, ਤਾਂ ਇਹ ਸਾਰਾ ਕੁਛ ਯੂਨਾਈਟਿਡ ਨੇਸ਼ਨ ਤੋਂ ਤੁਸੀਂ ਯਾਦ ਰੱਖਣਾ। ਅੱਛਾ, ਯੂਨਾਈਟਿਡ ਕਿੰਗਡਮ ਤੋਂ ਨਾ ਤੁਹਾਨੂੰ ਥੋੜ੍ਹੀ ਜਿਹੀ ਐਕਸਟਰਾ ਇਨਫੋਰਮੇਸ਼ਨ ਅੱਜ ਦਿੰਦੇ ਹਾਂ ਆਪਾਂ। ਖਾਲੀ ਸਲਾਈਡ ਖੋਲ੍ਹਦੇ ਹਾਂ, ਇਹ ਵੀ ਖਾਲੀ ਵਰਗੀ ਹੈ ਵੈਸੇ ਤਾਂ, ਚਲੋ ਇੱਥੇ ਕਰ ਲੈਂਦੇ ਹਾਂ। ਹਾਂਜੀ, ਇਹਦੇ ਤੋਂ ਆਪਾਂ ਕੀ ਯਾਦ ਰੱਖਣਾ। ਯੂਰਪੀਅਨ ਕੌਂਟੀਨੈਂਟ ਦੇ ਵਿੱਚ ਜਦੋਂ ਜਾਂਦੇ ਹਾਂ, ਦੇਖੋ ਮੈਪਿੰਗ ਦੇ ਜ਼ਰੀਏ ਮੈਂ ਤੁਹਾਨੂੰ ਨਾ ਇੱਕ ਚੀਜ਼ ਯਾਦ ਕਰਵਾ ਦਿੰਦੀ ਹਾਂ ਵਿਦਾਊਟ ਮੈਪਿੰਗ, ਤੁਸੀਂ ਬਸ ਇਹਨੂੰ ਰੱਟਾ ਮਾਰ ਲਈ, ਕਿਉਂਕਿ ਰੱਟੇ ਮਾਰਨ ਵਾਲੀ ਚੀਜ਼ ਹੀ ਹੈ। ਯੂਰਪੀਅਨ ਕੰਟਰੀ ਸਾਈਡ ਜਦੋਂ ਆਪਾਂ ਜਾਂਦੇ ਹਾਂ, ਹੈ ਨਾ, ਸਕਾਟਲੈਂਡ ਆਉਂਦਾ, ਆਇਰਲੈਂਡ ਆਉਂਦਾ, ਇੰਗਲੈਂਡ ਆਉਂਦਾ, ਵੇਲਸ ਆਉਂਦਾ, ਹੈ ਨਾ, ਇਹ ਸਭ ਕੁਛ ਆਉਂਦਾ। ਤਾਂ ਆਪਾਂ ਦੇਖਣਾ ਗ੍ਰੇਟ ਬ੍ਰਿਟੇਨ ਦੇ ਅੰਡਰ ਕੀ ਆਉਂਦਾ, ਯੂਨਾਈਟਿਡ ਕਿੰਗਡਮ ਦੇ ਅੰਡਰ ਕੀ ਆਉਂਦਾ, ਤਾਂ ਉਹ ਸਾਰਾ ਕੁਛ ਆਪਾਂ ਦੇਖਣਾ। ਜਦੋਂ ਇੰਗਲੈਂਡ, ਧਿਆਨ ਨਾਲ ਦੇਖ ਲਓ, ਇੰਗਲੈਂਡ ਪਲੱਸ ਵੇਲਸ ਪਲੱਸ ਸਕਾਟਲੈਂਡ, ਜਦੋਂ ਇਹ ਤਿੰਨੇ ਚੀਜ਼ਾਂ ਨੂੰ ਆਪਾਂ ਐਡ ਅਪ ਕਰ ਦਿੰਦੇ ਹਾਂ ਤਾਂ ਆਪਣੇ ਕੋਲੇ ਕੀ ਬਣ ਜਾਂਦਾ। ਤਾਂ ਇਹ ਸਾਰੀ ਚੀਜ਼ਾਂ ਨੂੰ ਐਡ ਕਰਕੇ ਆਪਣੇ ਕੋਲੇ ਕੀ ਬਣ ਜਾਂਦਾ, ਗ੍ਰੇਟ ਬ੍ਰਿਟੇਨ। ਠੀਕ ਹੈ, ਗ੍ਰੇਟ ਬ੍ਰਿਟੇਨ ਬਣ ਗਿਆ ਆ ਤਿੰਨੇ ਚੀਜ਼ਾਂ ਨੂੰ ਐਡ ਕਰਕੇ। ਅੱਛਾ, ਹੁਣ ਜਦੋਂ ਇਹਨਾਂ ਤਿੰਨਾਂ ਚੀਜ਼ਾਂ 'ਚ ਮਤਲਬ ਕਿ ਗ੍ਰੇਟ ਬ੍ਰਿਟੇਨ 'ਚ ਜੇ ਮੈਂ ਐਡ ਕਰਦਾ ਨਦਰਨ ਆਇਰਲੈਂਡ, ਠੀਕ ਹੈ, ਤਾਂ ਮੇਰੇ ਕੋਲੇ ਕੀ ਬਣ ਜੂ, ਇਹਨਾਂ ਨੂੰ ਐਗਰੀਗੇਟ ਕਰਕੇ ਯੂਨਾਈਟਿਡ ਕਿੰਗਡਮ। ਠੀਕ ਹੈ, ਯੂਨਾਈਟਿਡ ਕਿੰਗਡਮ ਬਣ ਜੂਗਾ। ਅੱਛਾ, ਯੂਨਾਈਟਿਡ ਕਿੰਗਡਮ ਦੇ ਵਿੱਚ ਜੇ ਮੈਂ ਐਡ ਕਰਦਾ ਆਇਰਲੈਂਡ ਐਡ ਕਰਦਾ ਤਾਂ ਮੇਰੇ ਕੋਲ ਕੀ ਬਣ ਜੂਗਾ, ਬ੍ਰਿਟਿਸ਼ ਆਇਲਸ। ਠੀਕ ਹੈ, ਇਹ ਬਣ ਜੂਗਾ। ਇੰਗਲੈਂਡ, ਵੇਲਸ, ਸਕਾਟਲੈਂਡ ਨੂੰ ਐਡ ਕਰਕੇ ਗ੍ਰੇਟ ਬ੍ਰਿਟੇਨ ਬਣੂਗਾ। ਗ੍ਰੇਟ ਬ੍ਰਿਟੇਨ 'ਚ ਨਦਰਨ ਆਇਰਲੈਂਡ ਐਡ ਕਰਤਾ ਮੈਂ ਤਾਂ ਯੂਨਾਈਟਿਡ ਕਿੰਗਡਮ ਬਣ ਜੂਗਾ। ਯੂਨਾਈਟਿਡ ਕਿੰਗਡਮ ਆਇਰਲੈਂਡ ਐਡ ਕਰਤਾ ਤਾਂ ਬ੍ਰਿਟਿਸ਼ ਆਈਸਲੈਂਡ ਬਣ ਜੂਗਾ। ਤਾਂ ਇਹ ਸਾਰੀ ਚੀਜ਼ਾਂ ਤੁਸੀਂ ਯਾਦ ਰੱਖਣੀਆਂ ਨੇਗੀਆਂ, ਭੁੱਲਣਾ ਨਹੀਂ ਹੈਗਾ। ਕਈ ਵਾਰੀ ਇਹਦੇ 'ਚ ਵੀ ਕਨਫਿਊਜ਼ਨ ਹੋ ਜਾਂਦੀ ਹੈ। ਠੀਕ ਹੈ, ਮੈਂ ਕੋਸ਼ਿਸ਼ ਕੀਤੀ ਹੈ ਤੁਹਾਨੂੰ ਸਮਝ ਆ ਜਾਏ। ਹਾਂਜੀ, ਇੱਥੇ ਸੀਗੇ ਆਪਾਂ, ਹੈ ਨਾ। ਤਾਂ ਚਲੋ ਇੱਥੇ ਹੀ ਆਪਾਂ ਵਾਪਸ ਆਉਂਦੇ ਆਂਗੇ। ਅਤੇ ਨੈਕਸਟ ਆਪਣੀ ਹੈਗੀ ਨੈਸ਼ਨਲ ਨਿਊਜ਼, ਦੈਟ ਇਜ਼ ਰੇਸ ਅਕੈਡਮੀ ਨਹੀਂ ਹੈਗਾ ਇਹ, ਰੇਸ ਸਮਿਟ 2020। ਠੀਕ ਹੈ, ਇਹਨੂੰ ਹੋਸਟ ਕੌਣ ਕਰ ਰਿਹਾ, ਨੀਤੀ ਆਯੋਗ ਅਤੇ ਮਿਨਿਸਟਰੀ ਆਫ ਇਲੈਕਟ੍ਰੋਨਿਕਸ ਐਂਡ ਇਨਫੋਰਮੇਸ਼ਨ ਟੈਕਨੋਲੋਜੀ IT, ਹੈ ਨਾ। ਇਹ ਜਿਹੜੇ ਨੂੰ ਕੀ ਕਰ ਰਹੇ ਨੇਗੇ, ਹੋਸਟ ਕਰ ਰਹੇ ਨੇ, ਇਹ ਤੁਸੀਂ ਯਾਦ ਰੱਖਣਾ। ਅੱਛਾ, ਇਹਦੇ ਤੋਂ ਹੋਰ ਕੀ ਯਾਦ ਰੱਖਣਾ, 5 ਅਕਤੂਬਰ ਤੋਂ ਲੈ ਕੇ 9 ਅਕਤੂਬਰ ਤੱਕ ਇਹ ਹੋਊਗੀ, ਇਹ ਵੀ ਤੁਸੀਂ ਯਾਦ ਰੱਖਣਾ। ਠੀਕ ਹੈ, ਜਿਹੜਾ ਰੇਸ ਹੈ ਨਾ, ਰੇਸ ਦਿੱਤਾ ਗਿਆ, ਇਹਦੀ ਇੱਕ ਫੁੱਲ ਫਾਰਮ ਵੀ ਹੈ, ਆਪਾਂ ਇਹਦੀ ਫੁੱਲ ਫਾਰਮ ਕਰ ਲੈਂਦੇ ਹਾਂ। ਦੈਟ ਇਜ਼ ਰਿਸਪੋਂਸੀਬਲ ਆਰਟੀਫਿਸ਼ੀਅਲ ਇੰਟੈਲੀਜੈਂਸ ਫॉर ਸੋਸ਼ਲ ਇੰਪਾਵਰਮੈਂਟ। ਠੀਕ ਹੈ, ਤਾਂ ਇਹ ਯਾਦ ਰੱਖਣਾ ਤੁਸੀਂ। ਇਹਦੇ ਵਿੱਚ ਹੈਲਥ ਹੋ ਗਿਆ, ਐਜੂਕੇਸ਼ਨ ਹੋ ਗਿਆ, ਐਗਰੀਕਲਚਰ ਹੋ ਗਿਆ, ਇਹ ਸਾਰੇ ਸੈਕਟਰਸ ਦੇ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਯੂਜ਼ ਕਰਨ 'ਤੇ ਇਹ ਚਰਚਾ ਇਸ ਸਮਿਟ ਦੇ ਵਿੱਚ ਹੋਊਗੀ। ਠੀਕ ਹੈ, ਤਾਂ ਇਹ ਸਾਰਾ ਕੁਛ ਤੁਸੀਂ ਯਾਦ ਰੱਖਣਾ। ਅੱਛਾ, ਜੇ ਮੈਂ ਨੀਤੀ ਆਯੋਗ ਦੀ ਗੱਲ ਕਰਾਂ, ਹਾਂਜੀ, ਜੇ ਮੈਂ ਨੀਤੀ ਆਯੋਗ ਦੀ ਗੱਲ ਕਰਾਂ, ਥੋੜ੍ਹੇ ਦਿਨ ਪਹਿਲਾਂ ਨੀਤੀ ਆਯੋਗ ਤੋਂ ਇੱਕ ਇੰਡੈਕਸ ਆਇਆ ਸੀਗਾ ਜਿਹੜਾ ਨੀਤੀ ਆਯੋਗ ਨੇ ਜਾਰੀ ਕੀਤਾ ਸੀਗਾ, ਐਕਸਪੋਰਟ ਪ੍ਰੀਪੇਅਰਡਨੈਸ ਇੰਡੈਕਸ। ਇਹਨੂੰ ਨੀਤੀ ਆਯੋਗ ਨੇ ਜਾਰੀ ਕੀਤਾ ਸੀ, ਜਿਹਦੇ ਵਿੱਚ ਗੁਜਰਾਤ ਸੀਗਾ ਟੌਪ 'ਤੇ ਸੀਗਾ, ਦੂਜੇ ਨੰਬਰ 'ਤੇ ਮਹਾਰਾਸ਼ਟਰ ਸੀ, ਤੀਜੇ ਨੰਬਰ ਦੇ ਉੱਤੇ ਤਾਮਿਲਨਾਡੂ ਸੀ। ਠੀਕ ਹੈ, ਇਹ ਹੋ ਗਿਆ ਨੀਤੀ ਆਯੋਗ ਤੋਂ। ਜੇ ਆਪਾਂ ਸਟੈਟਿਕ ਇਨਫੋਰਮੇਸ਼ਨ ਦੀ ਗੱਲ ਕਰੀਏ ਨੀਤੀ ਆਯੋਗ ਤੋਂ, ਨੀਤੀ ਆਯੋਗ 1 ਜਨਵਰੀ 2015 ਨੂੰ ਬਣਿਆ। ਪਲਾਨਿੰਗ ਕਮਿਸ਼ਨ ਨੂੰ ਇਹਨੇ ਕੀ ਕੀਤਾ, ਰਿਪਲੇਸ ਕੀਤਾ, ਇਹ ਯਾਦ ਰੱਖਣਾ ਤੁਸੀਂ। ਇਹਦੇ ਜਿਹੜੇ ਚੇਅਰਮੈਨ ਹੁੰਦੇ ਆ ਜੀ, ਉਹ ਹੁੰਦੇ ਨੇ ਪ੍ਰਾਈਮ ਮਿਨਿਸਟਰ ਸਾਹਿਬ, ਤਾਂ ਐਟ ਪ੍ਰੈਜ਼ੈਂਟ ਕੌਣ ਨੇ, ਮੋਦੀ ਜੀ। ਠੀਕ ਹੈ, ਅੱਛਾ, ਮੋਦੀ ਹੈਗੇ ਨੇ, ਉਹ ਹੋ ਗਿਆ। ਅੱਛਾ, ਵਾਈਸ ਚੇਅਰਮੈਨ ਦੀ ਜੇ ਮੈਂ ਗੱਲ ਕਰਾਂ, ਦੈਟ ਇਜ਼ ਰਾਜੀਵ ਕੁਮਾਰ। CEO ਦੀ ਗੱਲ ਕਰਾਂ, ਚੀਫ ਐਗਜ਼ੀਕਿਊਟਿਵ ਆਫਿਸਰ ਦੀ ਅਮਿਤਾਭ ਕੰਤ। ਤਾਂ ਇਹ ਸਾਰੇ ਪੁਆਇੰਟ ਨੀਤੀ ਆਯੋਗ ਤੋਂ ਤੁਸੀਂ ਯਾਦ ਰੱਖਣੇ ਨੇ। ਅਤੇ ਜਿਹੜਾ ਇੰਡੈਕਸ ਇਹਦੇ ਨਾਲ ਰਿਲੇਟਡ ਪ੍ਰੀਵੀਅਸ ਡੇਜ਼ ਦੇ ਵਿੱਚ ਆਇਆ ਸੀਗਾ, ਉਹ ਵੀ ਮੈਂ ਤੁਹਾਨੂੰ ਕੀ ਹੈ, ਰਿਵਾਈਜ਼ ਕਰਾਤਾ। ਤਾਂ ਇਹ ਵੀ ਤੁਸੀਂ ਯਾਦ ਇਹਦੇ ਤੋਂ ਰੱਖ ਲਿਓ। ਕਲੀਅਰ ਹੈ।
हाँ जी नैक्सट है अपॉइंटमेंट्स। अपॉइंटमेंट्स ਵਿੱਚ ਆਪਾਂ 3 अपॉइंटमेंट ਕਰਨੀਆਂ ਨੇ ਅੱਜ ਇੰਪੋਰਟੈਂਟ ਕਿਹੜੀਆਂ ਨੇ। ਮੁਹੰਮਦ ਹੁਸੈਨ ਰੂਬਲ, ਹਾਂਜੀ ਮੁਹੰਮਦ ਹੁਸੈਨ ਰੂਬਲ, ਇਹਨਾਂ ਨੂੰ PM ਪ੍ਰਾਈਮ ਮਿਨਿਸਟਰ ਆਫ ਸੋਮਾਲੀਆ ਜਿਹੜਾ ਬਣਾਇਆ ਗਿਆ ਬਣੇ ਆ ਇਹ, ਤਾਂ ਇਹ ਯਾਦ ਰੱਖਣਾ ਤੁਸੀਂ ਇੱਕ ਤਾਂ। ਸੈਕਿੰਡ ਅਪॉइंटमेंट ਹੈਗੀ ਹੈ ਰਾਜਿਤ ਸੂਦ ਤੋਂ। ਰਾਜਿਤ ਸੂਦ ਨੂੰ MD ਲਾਇਆ, ਮੈਨੇਜਿੰਗ ਡਾਇਰੈਕਟਰ ਕਿਹਦੇ, EESL ਮਤਲਬ ਐਨਰਜੀ ਐਫੀਸ਼ੀਐਂਸੀ ਸਰਵਿਸ ਲਿਮਿਟਡ, ਠੀਕ ਹੈ। ਇੱਕ ਇਹ ਯਾਦ ਰੱਖਣਾ ਹੈ। ਸੋਨੂ ਸੂਦ ਐਕਟਰ ਨੇ, ਤੁਹਾਨੂੰ ਪਤਾ ਹੀ ਹੈ। ਬ੍ਰਾਂਡ ਅੰਬੈਸਡਰ ਇਹਨਾਂ ਨੂੰ ਐਸਰ ਇੰਡੀਆ ਦਾ ਬਣਾਇਆ ਗਿਆ। ਐਸਰ ਇੰਡੀਆ ਕੀ ਹੈ, ਕੰਪਿਊਟਰ ਕੰਪਨੀ ਹੈ, ਇਹਨਾਂ ਦਾ ਇਹਨਾਂ ਨੂੰ ਬ੍ਰਾਂਡ ਅੰਬੈਸਡਰ ਹੈ ਜਿਹੜਾ ਬਣਾਇਆ ਗਿਆ। ਤਾਂ ਇਹ ਤਿੰਨੋਂ ਦੇ ਤਿੰਨੋਂ ਅਪੁਆਇੰਟਮੈਂਟਸ ਨੇ, ਤੁਸੀਂ ਇਹਨੂੰ ਯਾਦ ਰੱਖਣਾ, ਬਿਲਕੁਲ ਵੀ ਭੁੱਲਣਾ ਇਹਨੂੰ ਨਹੀਂ ਹੈਗਾ, ਠੀਕ ਹੈ ਜੀ। ਅੱਛਾ ਚਲੋ ਬ੍ਰਾਂਡ ਅੰਬੈਸਡਰ ਤੋਂ ਗੱਲ ਕਰ ਲੈਂਦੇ ਹਾਂ। ਕਾਇਰਾ ਅਡਵਾਨੀ, ਕਾਇਰਾ ਅਡਵਾਨੀ ਕੀਤਾ ਸੀ ਆਪਾਂ ਨੇ, ਕਿਹਦੀ ਬ੍ਰਾਂਡ ਅੰਬੈਸਡਰ ਬਣਾਇਆ ਗਿਆ ਇਹਨਾਂ ਨੂੰ, ਮਿਅੰਤਰਾ ਦਾ। ਤਾਂ ਮਿਅੰਤਰਾ ਤੁਸੀਂ ਯਾਦ ਰੱਖਣਾ। ਇਸ ਤੋਂ ਇਲਾਵਾ ਆਪਾਂ ਹੋਰ ਕੀਤਾ ਸੀ ਆਯੁਸ਼ਮਾਨ ਖੁਰਾਨਾ। ਆਯੁਸ਼ਮਾਨ ਖੁਰਾਨਾ ਨੂੰ ਬਜਾਜ ਅਲੀਆਂਸ ਲਾਈਫ ਇੰਸ਼ੋਰੈਂਸ ਜੋ ਕੰਪਨੀ ਹੈ ਇਹਦਾ ਕੀ ਬਣਾਇਆ ਗਿਆ, ਬ੍ਰਾਂਡ ਅੰਬੈਸਡਰ। ਡਿਆਨੇ ਬ੍ਰੇਵੋ, ਇਹਨੂੰ ਕਿਹਦਾ ਬਣਾਇਆ ਗਿਆ, SBO ਟੌਪ ਦਾ, SBO ਟੌਪ ਦਾ ਬ੍ਰਾਂਡ ਅੰਬੈਸਡਰ ਨੂੰ ਬਣਾਇਆ ਗਿਆ। ਹਾਂਜੀ ਨੈਕਸਟ ਹੈ ਭੁਵਨੇਸ਼ਵਰ ਕੁਮਾਰ ਅਤੇ ਸਮ੍ਰਿਤੀ ਮੰਧਾਨਾ, ਇਹਨਾਂ ਦੋਨਾਂ ਨੂੰ ਪਲੇਅਰਸ ਸਪੋਰਟ ਦਾ ਕੀ ਬਣਾਇਆ ਗਿਆ ਹੈਗਾ, ਬ੍ਰਾਂਡ ਅੰਬੈਸਡਰ। ਸਪੋਰਟ ਗੇਮਿੰਗ ਕੀ ਹੈ ਕੰਪਨੀ ਹੈ। ਅੱਛਾ ਇਹ ਹੋ ਗਿਆ ਤੁਹਾਡਾ ਯਾਦ। ਅੱਛਾ ਇਸ ਤੋਂ ਇਲਾਵਾ ਨਾ ਇੱਕ ਆਈ ਸੀ ਨਿਊਜ਼, ਦੈਟ ਇਜ਼ ਫਰੋਮ ਸਚਿਨ ਤੰਦੂਲਕਰ, ਹੈ ਨਾ। ਆਪਾਂ ਕੀਤਾ ਸੀਗਾ ਸਚਿਨ ਤੰਦੂਲਕਰ ਨੂੰ ਕਿਹਦਾ ਬ੍ਰਾਂਡ ਅੰਬੈਸਡਰ ਬਣਾਇਆ ਗਿਆ, ਸਚਿਨ ਤੰਦੂਲਕਰ ਨੂੰ ਪੇਟੀਐਮ ਫਸਟ ਦਾ। ਕਈ ਵਾਰੀ ਆਪਾਂ YouTube 'ਤੇ ਕੋਈ ਵੀਡੀਓ ਵੀ ਦੇਖ ਰਹੇ ਹੁੰਦੇ ਆ ਨਾ, ਤਾਂ ਉਹ ਵੀਡੀਓ ਦੇ ਵਿੱਚ ਕੀ ਹੈਗਾ, ਐਡ ਆਉਂਦੀ ਹੁੰਦੀ ਹੈ ਸਚਿਨ ਤੰਦੂਲਕਰ ਦੀ, ਪ੍ਰਮੋਸ਼ਨ ਕਰਦੇ ਹੋਏ ਦਿਖ ਰਹੇ ਹੁੰਦੇ ਆ ਉਹ। ਸੁਰੇਸ਼ ਰੈਨਾ ਦੀ ਜੇ ਮੈਂ ਗੱਲ ਕਰਾਂ, ਇਹਨਾਂ ਨੂੰ ਔਨਲਾਈਨ ਪੋਕਰਸ ਪਲੇਟਫਾਰਮ 9 ਸਟੈਕਸ ਦਾ ਕੀ ਬਣਾਇਆ ਗਿਆ, ਬ੍ਰਾਂਡ ਅੰਬੈਸਡਰ। ਤਾਂ ਇਹ ਸਾਰੇ ਦੇ ਸਾਰੇ ਇੰਪੋਰਟੈਂਟ ਬ੍ਰਾਂਡ ਅੰਬੈਸਡਰਸ ਨੇ ਜਿਹੜੇ ਪ੍ਰੀਵੀਅਸ ਡੇਜ਼ ਦੇ ਵਿੱਚ ਨਿਊਜ਼ ਦੇ ਵਿੱਚ ਸੀ। ਤਾਂ ਇਹ ਸਾਰੇ ਦੇ ਸਾਰੇ ਤੁਸੀਂ ਯਾਦ ਰੱਖਣੇ ਆ, ਹਾਂਜੀ ਠੀਕ ਹੈ। ਚਲੋ ਨੈਕਸਟ ਆ ਗਿਆ ਆਪਣਾ ਅਵਾਰਡਸ। ਅਵਾਰਡਸ ਦੇ ਵਿੱਚ ਦੇਖੋ ਇਹਨੂੰ ਨਾ ਗਿਆਨਪੀਠ ਅਵਾਰਡ ਹੈ, ਵੈਸੇ ਇਹ ਨਾ ਇੱਦਾਂ ਵੀ ਲਿਖਿਆ ਹੁੰਦਾ ਹੈਗਾ, ਇੱਦਾਂ JNAN, ਠੀਕ ਹੈ। ਇਹ ਬੋਲ ਕੇ ਟਾਈਪ ਕੀਤਾ ਸੀ ਤਾਂ ਇੱਦਾਂ ਟਾਈਪ ਕਰਤਾ ਇਹਨੇ, ਤਾਂ ਇੱਦਾਂ ਹੀ ਹੁੰਦਾ ਲਿਖਿਆ। ਬੋਲਦੇ ਆਪਾਂ ਇਹਨੂੰ ਗਿਆਨਪੀਠ ਅਵਾਰਡ ਹੀ ਹੈਗਾ। ਗਿਆਨਪੀਠ ਅਵਾਰਡ ਜਿਹੜਾ 2019 ਹੈ, ਦੇਖੋ ਇੰਪੋਰਟੈਂਟ ਨਿਊਜ਼ ਬਹੁਤ ਹੈ ਇਹ, ਪੂਰੇ ਚਾਂਸਸ ਇਹਦੇ ਆਉਣ ਦੇ। ਪਹਿਲਾਂ ਹੀ ਅਨਾਊਂਸ ਹੋ ਗਿਆ ਸੀ ਇਹ ਪਿਛਲੇ ਸਾਲ, ਬਟ COVID-19 ਕਰਕੇ ਮਿਲ ਨਹੀਂ ਪਾਇਆ ਸੀ, ਤਾਂ ਹੁਣ ਇਹ ਦਿੱਤਾ ਗਿਆ ਹੈਗਾ ਅਖਿਤਮ ਅਛੁਤਮ ਨਬੂਤਰੀ, ਠੀਕ ਹੈ, ਇਹਨਾਂ ਨੂੰ ਦਿੱਤਾ ਗਿਆ। ਹੁਣ ਤੁਸੀਂ ਕਹੋਗੇ ਕਿ ਐਡਾ ਵੱਡਾ ਸਾਰਾ ਨੇਮ ਸਾਨੂੰ ਯਾਦ ਕਿਵੇਂ ਹੋਊਗਾ। ਦੇਖੋ ਇਹ ਨੇਮ ਨੂੰ ਨਾ ਤੁਸੀਂ ਜਸਟ 5 ਟਾਈਮਸ ਆਪਣੇ ਬੋਲ ਕੇ ਰਿਪੀਟ ਕਰੋ, ਇਹੋ ਜਿਹਾ ਨੇਮ ਹੈ, ਵੈਸੇ ਹੀ ਜ਼ੁਬਾਨ 'ਤੇ ਚੜ੍ਹ ਜਾਣਾ, ਅਖਿਤਮ ਅਛੁਤਮ ਨਬੂਤਰੀ, ਹੈ ਨਾ। ਘੈਂਟ ਜਿਹਾ ਲੱਗਦਾ ਨਾ ਸੁਣਨ 'ਚ, ਹੈ ਨਾ। ਅਤੇ ਇਹਨੂੰ ਤੁਸੀਂ ਯਾਦ ਕਰ ਲਿਓ, ਠੀਕ ਹੈ। ਅਤੇ ਇਹ ਮਲਿਆਲਮ ਸਾਹਿਤ ਦੇ ਵਿੱਚ ਜਿਹੜਾ ਇਹ ਅਵਾਰਡ ਹੈ ਦਿੱਤਾ ਜਾਂਦਾ, 11 ਲੱਖ ਦੀ ਮਨੀ ਇਹਦੇ ਵਿੱਚ ਦਿੱਤੀ ਗਈ ਹੈ, ਠੀਕ ਹੈ। ਇਹਨੂੰ ਯਾਦ ਰੱਖ ਲੈਣਾ। 1961 ਦੇ ਵਿੱਚ ਸੈਟਅਪ ਹੋਇਆ ਸੀ ਇਹ ਅਵਾਰਡ, ਠੀਕ ਹੈ। ਪਹਿਲੀ ਵਾਰੀ 1965 ਦੇ ਵਿੱਚ ਦਿੱਤਾ ਗਿਆ ਜੀ ਸ਼ੰਕਰ ਕਿਰਅਪ ਨੂੰ, ਠੀਕ ਹੈ, ਸ਼ੰਕਰ ਕਿਰਕਪ ਨੂੰ, ਠੀਕ ਹੈ। ਤਾਂ ਇਹਨਾਂ ਦਾ ਨਾਮ ਵੀ ਤੁਸੀਂ ਯਾਦ ਰੱਖ ਲਿਓ। ਤਾਂ ਇਹ ਹੋ ਗਿਆ ਆਪਣੀ ਗੱਲ ਅਵਾਰਡਸ ਤੋਂ। ਇਸ ਤੋਂ ਇਲਾਵਾ ਨੈਕਸਟ ਹੈਗੀ ਨਿਊਜ਼ ਇੰਟਰਨੈਸ਼ਨਲ ਫਿਲਮ ਫੈਸਟੀਵਲ। ਹਾਂਜੀ ਇਹ ਵੀ ਥੋੜ੍ਹੇ ਟਾਈਮ ਪਹਿਲਾਂ ਤੁਹਾਨੂੰ ਮੈਂ ਨਿਊਜ਼ ਕਰਵਾਈ ਸੀਗੀ। ਇਹ ਜਿਹੜਾ ਇੰਟਰਨੈਸ਼ਨਲ ਫਿਲਮ ਫੈਸਟੀਵਲ ਜਿਹਦਾ 51ਵਾਂ ਐਡੀਸ਼ਨ ਸੀਗਾ, ਉਹ ਗੋਆ ਦੇ ਵਿੱਚ ਹੋਣਾ ਸੀ, ਅਤੇ ਇਹ ਪੋਸਟਪੋਨ ਹੋ ਗਿਆ ਕੋਵਿਡ ਕਰਕੇ, ਇਹਨੂੰ ਪੋਸਟਪੋਨ ਕਰ ਦਿੱਤਾ ਗਿਆ। 20 ਤੋਂ ਲੈ ਕੇ 28 ਨਵੰਬਰ ਦੇ ਵਿੱਚ ਹੋਣਾ ਸੀਗਾ, ਤਾਂ ਹੁਣ ਇਹਨੂੰ ਪੋਸਟਪੋਨ ਕਰ ਦਿੱਤਾ ਗਿਆ। ਗੋਆ ਦੇ ਵਿੱਚ ਹੋਣਾ ਸੀ, ਮੋਸਟ ਇੰਪੋਰਟੈਂਟ ਹੈ, ਯਾਦ ਰੱਖਿਓ। 51ਵਾਂ ਐਡੀਸ਼ਨ ਸੀਗਾ। ਹੁਣ 16 ਤੋਂ ਲੈ ਕੇ 24 ਜਨਵਰੀ ਤੱਕ, ਮਤਲਬ 2021 ਦੇ ਵਿੱਚ ਹੈਲਡ ਹੋਊਗਾ, ਠੀਕ ਹੈ। ਤਾਂ ਇਹ ਹੋ ਗਈ ਗੱਲ ਅਵਾਰਡਸ ਤੋਂ, ਤਾਂ ਇਹ ਵੀ ਤੁਸੀਂ ਯਾਦ ਰੱਖਣੀ ਹੈ। ਹਾਂਜੀ ਨੈਕਸਟ ਹੈਗੀ ਆਪਣੀ ਨਿਊਜ਼ ਇੰਪੋਰਟੈਂਟ ਡੇਜ਼ ਤੋਂ। ਅੱਜ ਆਪਾਂ ਨਾ 1 ਤੋਂ ਲੈ ਕੇ ਐਂਡ ਤੱਕ, ਮੀਨਸ ਟੂ ਸੇ 25 ਸਤੰਬਰ ਤੱਕ ਕੀਤੇ ਨਾ, ਤਾਂ ਆਪਾਂ 25 ਦੇ 25 ਡੇਜ਼ ਰਿਵਾਈਜ਼ ਕਰਾਂਗੇ ਅੱਜ, ਮਤਲਬ ਕਿ ਪਹਿਲੇ ਤੋਂ ਲੈ ਕੇ, ਠੀਕ ਹੈ। ਕਿਉਂਕਿ ਮੈਂ ਥੋੜ੍ਹੇ ਪਿਛਲੇ ਲੈਕਚਰਸ ਤੋਂ ਤੁਹਾਨੂੰ ਪਹਿਲਾਂ ਨਹੀਂ ਕਰਾ ਰਹੀ, ਕਿਉਂਕਿ ਮੈਨੂੰ ਲੱਗਦਾ ਕਿ ਤੁਹਾਨੂੰ ਯਾਦ ਹੋ ਗਿਆ ਹੋਣਾ, ਬਟ ਅੱਜ ਕਰਵਾ ਕੇ ਜਾਊਂਗੀ, ਸਹੀ ਹੈ। ਹਾਂਜੀ 25 ਸਪਟੰਬਰ ਦੀ ਜੇ ਮੈਂ ਗੱਲ ਕਰਾਂ, 25 ਸਪਟੰਬਰ ਨੂੰ ਕਿਹੜਾ ਡੇ ਮਨਾਇਆ ਜਾਂਦਾ, ਵਰਲਡ ਫਾਰਮਾਸਿਸਟ ਡੇ, ਠੀਕ ਹੈ। ਫਾਰਮਾਸਿਸਟ ਦੀ ਜਿਹੜੀ ਯੋਗਦਾਨ ਹੈ ਉਹਦੇ ਰਿਗਾਰਡਿੰਗ ਅਵੇਅਰਨੈਸ ਫੈਲਾਉਣ ਦੇ ਲਈ ਇਹ ਡੇ ਹੈ ਜਿਹੜਾ ਸੈਲੀਬ੍ਰੇਟ ਕੀਤਾ ਜਾਂਦਾ। ਇਹਦਾ ਥੀਮ ਵੀ ਹੈ, ਇਸ ਵਾਰ ਦਾ ਥੀਮ ਤੁਸੀਂ ਯਾਦ ਰੱਖਣਾ, ਟਰਾਂਸਫਾਰਮਿੰਗ ਗਲੋਬਲ ਹੈਲਥ। ਕੀ ਹੈ, ਟਰਾਂਸਫਾਰਮਿੰਗ ਗਲੋਬਲ ਹੈਲਥ। ਤਾਂ ਇਹਦਾ ਥੀਮ ਯਾਦ ਰੱਖ ਲੈਣਾ। ਇਹਨੂੰ ਡੈਜ਼ਿਗਨੇਟ ਕਿਹਦੇ ਦੁਆਰਾ ਕੀਤਾ ਗਿਆ, FIP ਦੀ ਫੁੱਲ ਫਾਰਮ ਹੈਗੀ ਹੈ, ਦੈਟ ਇਜ਼ ਫੈਡਰੇਸ਼ਨ ਇੰਟਰਨੈਸ਼ਨਲ, ਅੱਗੇ ਮੈਂ ਸਪੈਲਿੰਗ ਪਾ ਦਿੰਦੀ ਹਾਂ, ਫਾਰਮਾਸਿਸਟ ਠੀਕ ਹੈ, QUE ਹੈ ਪਿੱਛੇ, ਤਾਂ ਇਹਦੇ ਦੁਆਰਾ FIP। ਅੱਛਾ FIP ਦੇ ਬਾਰੇ ਜੇ ਆਪਾਂ ਗੱਲ ਕਰੀਏ ਥੋੜ੍ਹੀ ਜਿਹੀ ਡਿਟੇਲ ਦੇ ਵਿੱਚ, ਤਾਂ FIP ਦੀ ਜਿਹੜੀ ਸਥਾਪਨਾ 1912 ਦੇ ਵਿੱਚ ਹੋਈ, ਇਹ ਵੀ ਤੁਸੀਂ ਯਾਦ ਰੱਖ ਲੈਣੀ ਹੈ। ਅੱਛਾ ਇਹਦਾ ਹੈੱਡਕੁਆਟਰ ਹੈ ਨਾ ਜਿਹੜਾ, ਉਹ ਕਿੱਥੇ, ਹੇਗ ਨੀਦਰਲੈਂਡ ਦੇ ਵਿੱਚ ਹੈ, ਤਾਂ ਇਹ ਵੀ ਯਾਦ ਰੱਖਣਾ ਤੁਸੀਂ। ਜਿਹੜੇ ਦੇ ਪ੍ਰੈਜ਼ੀਡੈਂਟ ਨੇ ਉਹਨਾਂ ਦਾ ਨਾਮ ਕੀ ਹੈਗਾ, ਡੋਮਿਨਿਕ
ਕਿਊ ਜਾਰਡਨ, ਡੋਮਿਨਿਕ ਜਾਰਡਨ ਇਹਨਾਂ ਦਾ ਨਾਮ ਹੈ। ਅੱਛਾ ਦੇਖੋ ਹੁਣ ਹੇਗ ਨੀਦਰਲੈਂਡ ਆਇਆ ਹੈ ਨਾ, ਜਦੋਂ ਮੈਂ ਤੁਹਾਨੂੰ ਇੰਪੋਰਟੈਂਟ ਏਜੰਸੀਜ਼ ਦੇ ਹੈੱਡਕੁਆਟਰ ਕਰਵਾਏ ਸੀਗੇ, ਉਹਦੇ ਵਿੱਚ ਮੈਂ ਤੁਹਾਨੂੰ ਇੱਕ ਹੈੱਡਕੁਆਟਰ ਕਰਵਾਇਆ ਸੀਗਾ ਜਿਹਦਾ ਹੈੱਡਕੁਆਟਰ ਇੱਥੇ ਸੀਗਾ ਆਪਣਾ ਹੇਗ ਨੀਦਰਲੈਂਡ ਦੇ ਵਿੱਚ। ਯਾਦ ਹੈ ਤੁਹਾਨੂੰ ਕਿਹਦਾ ਸੀਗਾ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਚਲੋ ਇੱਕ ਕੰਮ ਕਰਦੇ ਹਾਂ, ਅੱਜ ਆਪਾਂ ਸਾਰੇ ਦੇ ਸਾਰੇ ਹੈੱਡਕੁਆਟਰਸ ਰਿਵਾਈਜ਼ ਕਰਦੇ ਹਾਂ ਅਤੇ ਤੁਹਾਨੂੰ ਉਹ ਵੀ ਪਤਾ ਲੱਗ ਜੂਗਾ ਹੈ ਨਾ, ਕਾਫੀ ਦਿਨ ਹੋ ਗਏ ਕੀਤੇ ਨਹੀਂ ਹੈਗੇ, ਤਾਂ ਅੱਜ ਆਪਾਂ ਸਾਰਾ ਕੁਛ ਰਿਵਾਈਜ਼ ਕਰ ਲੈਂਦੇ ਹਾਂ ਫਟਾਫਟ। ਜਨੇਵਾ ਦੇ ਵਿੱਚ ਕਿਹਦਾ ਹੈੱਡਕੁਆਟਰ ਸੀ? WHO, WTO, ILO, ਵਿਪੋ, ਠੀਕ ਹੈ, IMO। ਇਸ ਤੋਂ ਇਲਾਵਾ ਇੰਟਰਨੈਸ਼ਨਲ ਕਮੇਟੀ ਔਨ ਰੈੱਡ ਕਰਾਸ ਆਰਗੇਨਾਈਜੇਸ਼ਨ, ISO, UNCTD। ਇਹਦੇ ਬਾਰੇ ਆਪਾਂ ਪਿਛਲੇ ਲੈਕਚਰ ਦੇ ਵਿੱਚ ਡਿਟੇਲ ਵੀ ਕੀਤੀ ਸੀ। ਇਹਨਾਂ ਸਭ ਦੇ ਹੈੱਡਕੁਆਟਰਸ ਜਨੇਵਾ ਦੇ ਵਿੱਚ ਹੈ। ਲੰਡਨ ਦੇ ਵਿੱਚ ਕਿਹਦਾ ਹੈਗਾ? ਲੰਡਨ ਦੇ ਵਿੱਚ ਹੈਗਾ IMO ਦਾ, MNST ਇੰਟਰਨੈਸ਼ਨਲ ਦਾ, 2 ਹੈਗੇ ਸੀਗੇ ਕਾਮਨਵੈਲਥ ਤੋਂ। ਵਾਸ਼ਿੰਗਟਨ DC ਦੀ ਜੇ ਮੈਂ ਗੱਲ ਕਰਾਂ, ਵਰਲਡ ਬੈਂਕ, IMF, ਨਾਸਾ ਅਤੇ ਐਮਾਜ਼ੋਨ, ਇਹਨਾਂ ਦੇ ਹੈੱਡਕੁਆਟਰਸ ਕਿੱਥੇ ਆ? ਵਾਸ਼ਿੰਗਟਨ DC ਦੇ ਵਿੱਚ, ਹੈ ਨਾ। ਆਸਟਰੀਆ ਦੇ ਵਿੱਚ ਸਭ ਤੋਂ ਇੰਪੋਰਟੈਂਟ ਸੀਗਾ ਓਪੈਕ ਦਾ ਹੈੱਡਕੁਆਟਰ, ਯਾਦ ਰੱਖਣਾ। ਨਿਊਯਾਰਕ ਦੀ ਜੇ ਮੈਂ ਗੱਲ ਕਰਾਂ, ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ, UNICEF, UNDP, ਇਹਨਾਂ ਦੇ ਹੈੱਡਕੁਆਟਰਸ ਕਿੱਥੇ? ਨਿਊਯਾਰਕ ਦੇ ਵਿੱਚ। ਪੈਰਿਸ ਦੇ ਵਿੱਚ ਆਪਾਂ ਕਿਹਦਾ ਕੀਤਾ ਸੀਗਾ? ਆਰਗੇਨਾਈਜੇਸ਼ਨ ਫॉर ਇਕਨੋਮਿਕ ਕੋਆਪਰੇਸ਼ਨ ਐਂਡ ਡਿਵੈਲਪਮੈਂਟ, ਇਹ ਤੋਂ ਬਾਅਦ ਕੀਤਾ ਸੀ ਆਪਾਂ ਨੇ ਯੂਨੈਸਕੋ ਦਾ, ਠੀਕ ਹੈ। ਨਾਇਰੂਬੀ ਦੇ ਵਿੱਚ UNEP ਦਾ, ਅਤੇ ਰੋਮ ਇਟਲੀ ਦੇ ਵਿੱਚ ਕਿਹਦਾ ਕੀਤਾ ਸੀ ਆਪਾਂ ਨੇ? ਫੂਡ ਐਂਡ ਐਗਰੀਕਲਚਰ ਆਰਗੇਨਾਈਜੇਸ਼ਨ ਦਾ। ਅੱਛਾ ਜਿਹੜਾ ਮੈਂ ਇੱਥੇ ਕਹਿ ਰਹੀ ਹਾਂ ਨਾ, ਹੇਗ ਨੀਦਰਲੈਂਡ ਦੇ ਵਿੱਚ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦਾ ਕੀਤਾ ਸੀਗਾ ਆਪਾਂ ਨੇ, ਅਤੇ ਨਾਟੋ ਦਾ ਕੀਤਾ ਸੀਗਾ ਬਰੂਸਲਸ ਦੇ ਵਿੱਚ, ਸਾਰਕ ਦਾ ਕੀਤਾ ਸੀ ਕਠਮੰਡੂ ਨੇਪਾਲ ਦੇ ਵਿੱਚ, ਅਤੇ ਉਸ ਤੋਂ ਬਾਅਦ ਆਪਾਂ ਏਸ਼ੀਆਨ ਦਾ ਕੀਤਾ ਸੀਗਾ ਇੰਡੋਨੇਸ਼ੀਆ ਦੇ ਵਿੱਚ। ਇਹ ਸਾਰੇ ਇੰਪੋਰਟੈਂਟ ਹੈੱਡਕੁਆਟਰਸ ਨੇ, ਹੈ ਨਾ, ਜਿਹੜੇ ਮੈਂ ਤੁਹਾਨੂੰ ਮਤਲਬ ਕਿ ਪਹਿਲਾਂ ਇੱਕ ਵੀਡੀਓ ਦੇ ਵਿੱਚ ਕਰਵਾਏ ਸੀਗੇ, ਹੌਲੀ ਹੌਲੀ ਕਰਕੇ ਆਪਾਂ ਕੀਤੇ ਸੀਗੇ, ਤਾਂ ਇਹ ਸਾਰੇ ਤੁਸੀਂ ਯਾਦ ਰੱਖਣੇ। ਚਲੋ ਆਪਾਂ ਇੱਕ ਕੰਮ ਕਰਦੇ ਹਾਂ, ਅੱਜ ਆਪਾਂ 1 ਸੈਪਟੈਂਬਰ ਤੋਂ ਲੱਗਦੇ ਹਾਂ ਅਤੇ ਸਾਰੇ ਇੰਪੋਰਟੈਂਟ ਡੇਜ਼ ਇੱਕ ਵਾਰ ਰਿਵਾਈਜ਼ ਕਰ ਦਿੰਦੇ ਹਾਂ, ਠੀਕ ਹੈ ਜੀ। ਸਭ ਤੋਂ ਪਹਿਲਾਂ ਸੈਪਟੰਬਰ ਮੰਥ ਹੈ ਜਿਹੜਾ ਪੂਰਾ ਦਾ ਪੂਰਾ ਪੋਸ਼ਣ ਮਾਹ ਦੇ ਰੂਪ 'ਚ ਮਨਾਇਆ ਗਿਆ। 1 ਤੋਂ ਲੈ ਕੇ 7 ਸੈਪਟੰਬਰ ਤੱਕ ਹੈ ਜਿਹੜਾ ਆਪਣਾ ਨਿਊਟ੍ਰੀਸ਼ਨ ਵੀਕ ਦੇ ਤੌਰ 'ਤੇ ਮਨਾਇਆ ਗਿਆ, ਇਹ ਵੀ ਯਾਦ ਰੱਖਣਾ। 2 ਸੈਪਟੰਬਰ ਨੂੰ ਕੋਕੋਨਟ ਡੇ ਹੈ ਜਿਹੜਾ ਸੈਲੀਬ੍ਰੇਟ ਕੀਤਾ ਗਿਆ। 5 ਸੈਪਟੰਬਰ ਨੂੰ 2 ਡੇ ਮਨਾਏ ਗਏ, ਟੀਚਰਸ ਡੇ ਮਨਾਇਆ ਗਿਆ ਅਤੇ ਇੰਟਰਨੈਸ਼ਨਲ ਚੈਰਿਟੀ ਡੇ। ਕਿਹੜਾ? ਟੀਚਰਸ ਡੇ ਅਤੇ ਇੰਟਰਨੈਸ਼ਨਲ ਚੈਰਿਟੀ ਡੇ, ਇਹ ਵੀ ਯਾਦ ਰੱਖਣਾ ਤੁਸੀਂ। ਅੱਛਾ 7 ਸੈਪਟੰਬਰ ਦੀ ਜੇ ਮੈਂ ਗੱਲ ਕਰਾਂ, 7 ਸੈਪਟੰਬਰ ਨੂੰ ਮਨਾਇਆ ਗਿਆ ਇੰਟਰਨੈਸ਼ਨਲ ਡੇ ਆਫ ਕਲੀਅਰ ਏਅਰ ਫॉर ਬਲੂ ਸਕਾਈਜ਼। 8 ਨੂੰ ਲਿਟਰੇਸੀ ਡੇ, ਠੀਕ ਹੈ। 8 ਵਾਲਾ ਯਾਦ ਹੋ ਗਿਆ। ਇਸ ਤੋਂ ਬਾਅਦ ਆਪਾਂ ਕੀਤਾ ਸੀਗਾ 9 ਅਤੇ 10 ਦਾ, ਹੈ ਨਾ। ਚਲੋ 9 ਸਤੰਬਰ ਨੂੰ ਕਿਹੜਾ ਮਨਾਇਆ ਗਿਆ? ਇੰਟਰਨੈਸ਼ਨਲ ਡੇ ਟੂ ਪ੍ਰੋਟੈਕਟ ਐਜੂਕੇਸ਼ਨ ਫਰੋਮ ਅਟੈਕ। 10 ਨੂੰ ਕਿਹੜਾ ਸੀ ਜੀ? ਵਰਲਡ ਸੁਸਾਈਡ ਪ੍ਰੀਵੈਂਸ਼ਨ ਡੇ, ਹੋ ਗਿਆ ਇਹ ਵੀ। ਅੱਛਾ 10 ਤੋਂ ਬਾਅਦ ਆਪਾਂ ਕੀਤਾ ਸੀਗਾ 12 ਦਾ। 12 ਦਾ ਕਿਹੜਾ ਸੀਗਾ? ਵਰਲਡ ਫਸਟ ਏਡ ਡੇ। ਕਿਹੜਾ? ਫਸਟ ਏਡ ਡੇ ਕੀਤਾ ਸੀਗਾ ਆਪਾਂ ਨੇ 12 ਨੂੰ। ਉਸ ਤੋਂ ਬਾਅਦ ਆਪਾਂ ਆ ਗਏ ਸੀਗੇ 14 'ਤੇ। 14 ਨੂੰ ਕੀਤਾ ਆਪਾਂ ਨੇ ਹਿੰਦੀ ਦਿਵਸ, ਅਤੇ ਆਪਾਂ ਨੇ ਕੀਤਾ ਸੀਗਾ ਇਸ ਤੋਂ ਇਲਾਵਾ ਵੀ ਜਿਹੜਾ ਵਰਲਡ ਹਿੰਦੀ ਡੇ ਆ ਉਹ 10 ਜਨਵਰੀ ਨੂੰ ਮਨਾਇਆ ਜਾਂਦਾ ਹੈ। ਅੱਛਾ 15 ਸੈਪਟੰਬਰ 'ਤੇ ਆ ਜਾਂਦੇ ਹਾਂ। 15 ਸੈਪਟੰਬਰ ਤੋਂ ਆਪਾਂ 2 ਡੇਜ਼ ਕੀਤੇ ਸੀਗੇ, ਇੱਕ ਤਾਂ ਇੰਜੀਨੀਅਰਸ ਡੇ ਕੀਤਾ ਸੀ, ਇੱਕ ਡੈਮੋਕ੍ਰੇਸੀ ਵਾਲਾ। 16 ਤੋਂ ਕੀਤਾ ਸੀ ਆਪਾਂ ਨੇ ਓਜ਼ੋਨ ਦਿਵਸ, ਇਹ ਵੀ ਹੋ ਗਿਆ। ਉਸ ਤੋਂ ਬਾਅਦ ਆਪਾਂ ਆ ਗਏ ਸੀ 17 'ਤੇ ਵਰਲਡ ਪੇਸ਼ੈਂਟ ਸੇਫਟੀ ਡੇ। 18 ਤੋਂ ਆਪਾਂ ਨੇ ਕੀਤੇ ਸੀ 3, ਬੈਂਬੋ ਵਾਲਾ, ਵਾਟਰ ਵਾਲਾ, ਇਕੁਅਲ ਪੇ ਵਾਲਾ। 19 ਸੈਪਟੰਬਰ ਰੱਬ ਕਰ ਲੈਂਦੇ ਆਪਾਂ, 19 ਸੈਪਟੰਬਰ ਤੋਂ ਆਪਾਂ ਨੇ ਕੀਤੇ ਸੀਗੇ 2 ਡੇਜ਼। ਕਿਹੜੇ? ਇੰਟਰਨੈਸ਼ਨਲ ਕੋਸਟਲ ਕਲੀਨਅਪ ਡੇ ਕੀਤਾ ਸੀਗਾ ਇੱਕ ਤਾਂ, ਹਾਂਜੀ ਇੰਟਰਨੈਸ਼ਨਲ ਕੋਸਟਲ ਕਲੀਨਅਪ। ਰੈੱਡ ਪਾਂਡਾ ਡੇ, ਇਹ ਵੀ 19 ਨੂੰ ਹੀ ਕੀਤਾ ਸੀ। ਇਸ ਤੋਂ ਬਾਅਦ 21 ਤੋਂ ਵੀ ਆਪਾਂ 2 ਡੇਜ਼ ਕੀਤੇ ਸੀ। ਇੰਟਰਨੈਸ਼ਨਲ ਡੇ ਆਫ ਪੀਸ ਕੀਤਾ ਸੀਗਾ ਅਤੇ ਅਲਜ਼ਾਈਮਰਸ ਡੇ ਕੀਤਾ ਸੀਗਾ, ਯਾਦ ਆ ਗਿਆ। 22 ਤੋਂ ਵੀ ਆਪਾਂ ਨੇ 2 ਡੇਜ਼ ਕੀਤੇ ਸੀ। ਆਰ ਤੋਂ ਇੱਕ ਤਾਂ ਰੋਜ਼ ਡੇ ਕੀਤਾ ਸੀਗਾ, ਇੱਕ ਰਹੀਨੋ ਡੇ ਕੀਤਾ ਸੀਗਾ। ਤਾਂ ਹੋਪਸੋ ਤੁਹਾਨੂੰ ਇਹ ਵੀ ਯਾਦ ਆ ਗਿਆ ਹੋਊਗਾ। 16 ਤੋਂ ਲੈ ਕੇ 30 ਸਤੰਬਰ ਤੱਕ ਇੰਡੀਅਨ ਰੇਲਵੇ ਨੇ ਸਵੱਛਤਾ ਪਖਵਾੜਾ ਜਿਹੜਾ ਸੈਲੀਬ੍ਰੇਟ ਕਰਨ ਦਾ ਐਲਾਨ ਹੈ ਜਿਹੜਾ ਕੀਤਾ ਸੀਗਾ, ਸਹੀ ਹੈ। ਅੱਛਾ 23 ਸਤੰਬਰ ਨੂੰ ਇੰਟਰਨੈਸ਼ਨਲ ਸਾਈਨ ਲੈਂਗੁਏਜ ਡੇ ਆਪਾਂ ਕੀਤਾ ਸੀਗਾ 23 ਸੈਪਟੰਬਰ ਨੂੰ। ਕਲੀਅਰ ਆ ਉਦੋਂ ਤੱਕ? ਅੱਛਾ ਇਸ ਤੋਂ ਇਲਾਵਾ ਆਪਾਂ ਨੇ 24 ਸੈਪਟੰਬਰ ਨੂੰ ਕੀਤਾ ਵਰਲਡ ਮੈਰੀਟਾਈਮ ਡੇ। ਪਿਛਲੇ ਲੈਕਚਰ ਦੇ ਵਿੱਚ ਤੁਹਾਨੂੰ ਮੈਂ ਕਰਵਾਇਆ ਸੀਗਾ, ਅਤੇ ਅੱਜ ਲਾਸਟ ਆਪਾਂ ਕਰ ਰਹੇ ਹਾਂ 25 ਸੈਪਟੰਬਰ ਤੋਂ ਵਰਲਡ ਫਾਰਮਾਸਿਸਟ ਡੇ। ਤਾਂ ਇਹ ਸਾਰੇ ਦੇ ਸਾਰੇ ਡੇਜ਼ ਤੁਸੀਂ ਐਵੇਂ ਹੀ ਪੜ੍ਹਨੇ ਹੈ ਜਿਵੇਂ ਤੁਹਾਨੂੰ ਮੈਂ ਪੜ੍ਹਾਏ ਹੈ, ਤਾਂ ਹੀ ਯਾਦ ਰਹਿਣਗੇ, ਅਦਰਵਾਈਜ਼ ਇਹ ਜਮਾ ਭੁੱਲ ਜਾਓਗੇ, ਠੀਕ ਹੈ। ਤਾਂ ਇਹ ਯਾਦ ਰੱਖ ਲੈਣਾ ਤੁਸੀਂ, ਮੈਨੂੰ ਤਾਂ ਲੱਗਦਾ ਬਹੁਤ ਤਰੀਕੇ ਨਾਲ ਤੁਹਾਨੂੰ ਯਾਦ ਹੋ ਗਏ ਹੋਣਗੇ। ਚਲੋ ਜੀ ਨੈਕਸਟ ਆਪਣਾ ਲਾਸਟ ਡੇ ਦੇ ਕੁਐਸਚਨਸ ਦੀ ਆਪਾਂ ਗੱਲ ਕਰਦੇ ਹਾਂ। ਲਾਸਟ ਡੇ ਦਾ ਕੁਐਸਚਨ ਹੈਗਾ ਕੀ ਹੈ?
ਏਸ਼ੀਆ ਗੇਮ ਚੇਂਜਰ ਅਵਾਰਡ 2020 ਹੈ ਜਿਹੜਾ ਕਿਹਨੂੰ ਦਿੱਤਾ ਜਾ ਰਿਹਾ, ਗਿਵਨ ਟੂ ਵਿਕਾਸ ਖੰਨਾ, ਮਾਰਗਰੇਟ ਐਟਵੁੱਡ, ਡੋਨਾਲਡ ਟਰੰਪ ਜਾਂ ਫਿਰ ਨਨ ਆਫ ਦੀਜ਼। ਹਾਂਜੀ, ਜਿਹੜਾ ਇਹਦਾ ਕਰੈਕਟ ਆਂਸਰ ਹੈ ਦੈਟ ਇਜ਼ ਆਪਸ਼ਨ ਨੰਬਰ ਏ, ਵਿਕਾਸ ਖੰਨਾ। ਸ਼ੈਫ ਨੇ ਇਹਨਾਂ ਨੂੰ ਦਿੱਤਾ ਜਾ ਰਿਹਾ। ਇਹਨਾਂ ਤੋਂ ਤੁਹਾਨੂੰ ਮੈਂ ਇੱਕ ਬੁੱਕ ਵੀ ਕਰਵਾਈ ਸੀ, ਉਹ ਵੀ ਯਾਦ ਰੱਖਣੀ ਤੁਸੀਂ, ਠੀਕ ਹੈ। ਇਹਨਾਂ ਨੂੰ ਜਿਹੜਾ ਡੋਨਾਲਡ ਟਰੰਪ ਨੇ ਨੋਬਲ ਪੀਸ ਪ੍ਰਾਈਜ਼ ਲਈ ਨੋਮੀਨੇਟ ਕੀਤਾ ਗਿਆ, ਤੁਹਾਨੂੰ ਸਭ ਨੂੰ ਪਤਾ ਹੀ ਹੈ ਨਾ, ਪੀਸ ਡੀਲ ਕਰਕੇ, ਵੀ ਯਾਦ ਰੱਖ ਲਿਓ। ਓਕੇ, ਆਰਥਿਕ ਸੰਪਾਦਨਾ ਲੋਨ ਡਿਸਪਰਸਮੈਂਟ ਜਿਹੜੀ ਸਕੀਮ ਹੈਗੀ ਕਹਿੰਦੇ ਇਹ ਰੀਸੈਂਟਲੀ ਕਿਹੜੀ ਸਟੇਟ ਨੇ ਸਟਾਰਟ ਕੀਤੀ ਹੈ। ਹਾਂਜੀ, ਆਪਸ਼ਨ ਏ ਇਜ਼ ਗੁਜਰਾਤ, ਆਪਸ਼ਨ ਬੀ ਇਜ਼ ਪੰਜਾਬ, ਆਪਸ਼ਨ ਸੀ ਇਜ਼ ਕਰਨਾਟਕਾ ਐਂਡ ਆਪਸ਼ਨ ਡੀ ਇਜ਼ ਅਰੁਣਾਚਲ ਪ੍ਰਦੇਸ਼। ਹਾਂਜੀ, ਇਹਦਾ ਜਿਹੜਾ ਕਰੈਕਟ ਆਂਸਰ ਹੈਗਾ, ਇਹਦਾ ਕਰੈਕਟ ਆਂਸਰ ਹੈਗਾ ਆਪਸ਼ਨ ਨੰਬਰ ਸੀ, ਦੈਟ ਇਜ਼ ਕਰਨਾਟਕਾ। ਵੇਟ, ਕਰਨਾਟਕਾ ਇਹਦਾ ਕਰੈਕਟ ਆਂਸਰ ਹੈ। ਇਹਨੂੰ ਯਾਦ ਰੱਖ ਲਿਓ। ਇਹਨੇ ਹੀ ਸਟਾਰਟ ਕੀਤੀ ਸੀ। 39,300 ਕਰੋੜ ਦਾ ਇਹਦਾ ਪੈਕੇਜ ਸੀਗਾ। ਇਹ ਵੰਡਿਆ ਜਾਊਗਾ, ਇਹਦੇ ਤਹਿਤ ਐਗਰੀਕਲਚਰ ਸੈਕਟਰ ਵਾਲੀ ਸਾਈਡ ਜਾਊਗਾ 15,300 ਕਰੋੜ ਅਤੇ ਨੋਨ ਐਗਰੀਕਲਚਰ ਸਾਈਡ ਜਾਊਗਾ 24,000। ਤਾਂ ਸਾਰਾ ਚੀਜ਼ਾਂ ਤੁਸੀਂ ਯਾਦ ਰੱਖਣੀਆਂ ਨੇ ਇਹਦੇ ਤੋਂ, ਕਰਨਾਟਕਾ ਤੋਂ। ਕਲੀਅਰ ਹੈ। ਡਿਟੇਲ ਦੇ ਵਿੱਚ ਆਂਸਰ ਕਰਕੇ ਜਾਇਆ ਕਰੋ ਜਿਹੜੇ ਵੀ ਕੁਐਸਚਨ ਤੁਹਾਡੇ ਤੋਂ ਪੁੱਛਦੀ ਹੁੰਦੀ ਆ। ਕੁਐਸਚਨ ਆਫ ਦੀ ਡੇ ਦੀ ਗੱਲ ਕਰਦੇ ਹਾਂ। ਅੱਜ ਮੈਂ ਤੁਹਾਨੂੰ ਕੋਈ ਆਪਸ਼ਨਸ ਨਹੀਂ ਦਿੱਤੇ, ਅੱਜ ਮੈਂ ਤੁਹਾਡਾ ਮੈਂਟਲ ਐਬਿਲਿਟੀ ਚੈੱਕ ਕਰਨੀ ਹੈ। ਹੂ ਇਜ਼ ਦ CM ਆਫ ਗੁਜਰਾਤ, ਵੈਰੀ ਈਜ਼ੀ ਲੈਵਲ ਦਾ ਇਹ ਕੁਐਸਚਨ ਹੈਗਾ। ਤਾਂ ਦੱਸੋ ਮੈਨੂੰ CM ਕੌਣ ਨੇ ਗੁਜਰਾਤ ਦੇ। ਸਟੈਟਿਕ ਜੀਕੇ ਤੁਹਾਨੂੰ ਕਰਵਾਈ ਹੈ ਨਾ, ਜੇ ਹੁਣ ਵੀ ਆਪਸ਼ਨ ਦਿੱਤੀ ਫਿਰ ਕੀ ਫਾਇਦਾ ਉਹ ਕਰਾਉਣ ਦਾ, ਇੰਨਾ ਮੱਥਾ ਮਾਰਨ ਦਾ। ਅਤੇ ਹੂ ਇਜ਼ ਦੀ ਚੀਫ ਜਸਟਿਸ ਆਫ ਪਟਨਾ ਹਾਈ ਕੋਰਟ, ਪਟਨਾ ਹਾਈ ਕੋਰਟ ਦੇ ਚੀਫ ਜਸਟਿਸ ਕੌਣ ਨੇ। ਦੋਨਾਂ ਦਾ ਆਂਸਰ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੇ ਕੇ ਜਾਈਓ। ਦੋਨਾਂ ਸਟੇਟਸ ਬਾਰੇ ਕੋਈ ਅਦਰ ਇਨਫੋਰਮੇਸ਼ਨ ਪਤਾ ਹੋਵੇ ਉਹ ਵੀ ਤੁਸੀਂ ਲਿਖ ਕੇ ਦੱਸ ਸਕਦੇ ਹੋ, ਠੀਕ ਹੈ। ਇਹਨਾਂ ਤੁਹਾਡੀ ਰਿਵੀਜ਼ਨ ਹੋਊਗੀ। ਹਾਂਜੀ, ਅਨਅਕੈਡਮੀ ਦੇ ਲਾਈਵ ਕਲਾਸਿਸ ਹੁੰਦੀਆਂ ਫਨਕਾਰ ਸਰ ਦੀਆਂ, ਐਜ਼ ਯੂ ਆਲਰੇਡੀ ਨੋ ਦੈਟ। ਤਾਂ ਉਹਨਾਂ ਲਾਈਵ ਕਲਾਸਿਸ ਨੂੰ ਤੁਸੀਂ ਵਿਜ਼ਿਟ ਕਰਨਾ, ਜ਼ਰੂਰ ਦੇਖਣਾ ਹੈਗਾ, ਠੀਕ ਹੈ। ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਤੁਹਾਨੂੰ ਕਾਫੀ ਸਾਰੇ ਲਿੰਕਸ ਮਿਲ ਜਾਣਗੇ। ਵਟਸਐਪ ਗਰੁੱਪ ਹੈ, ਟੈਲੀਗ੍ਰਾਮ ਗਰੁੱਪ ਹੈ, ਤਾਂ ਉਹ ਗਰੁੱਪਸ ਤੁਸੀਂ ਜੁਆਇਨ ਕਰਨੇ ਨੇ। ਅਨਅਕੈਡਮੀ ਲਰਨਿੰਗ ਐਪ ਹੈ, ਉਹਨੂੰ ਇੰਸਟਾਲ ਕਰਕੇ ਤਾਂ ਵੀਡੀਓਜ਼ ਦੇ ਲਿੰਕਸ ਤੁਹਾਨੂੰ ਮਿਲ ਜਾਣਗੇ ਡਿਸਕ੍ਰਿਪਸ਼ਨ ਦੇ ਵਿੱਚ ਵੀ, ਅਤੇ ਟੈਲੀਗ੍ਰਾਮ ਗਰੁੱਪ 'ਚ ਤਾਂ ਪਾਈ ਹੁੰਦੇ ਨੇ, ਹੈ ਨਾ। ਤਾਂ ਹੀ ਕਰਕੇ ਕਹਿ ਰਹੀ ਹਾਂ ਜੁਆਇਨ ਕਰ ਲਿਆ ਕਰੋ। ਉੱਥੇ ਵੀਡੀਓਜ਼ ਦੀ ਵੀ ਡੇਲੀ ਅਪਡੇਸ਼ਨ ਤੁਹਾਨੂੰ ਮਿਲਦੀ ਰਹਿੰਦੀ ਹੈ, ਠੀਕ ਹੈ। ਤਾਂ ਆਪਣਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਤੁਹਾਨੂੰ ਡੇਲੀ ਨੋਟੀਫਿਕੇਸ਼ਨਸ ਮਿਲਦੀਆਂ ਰਹਿਣ। ਵੀਡੀਓ ਨੂੰ ਲਾਈਕ ਅਤੇ ਕਮੈਂਟ ਕਰਕੇ ਦੱਸ ਕੇ ਜਾਈਓ ਜੋ ਵੀ ਕੁਐਸਚਨਸ ਤੁਹਾਡੇ ਤੋਂ ਪੁੱਛੇ ਨੇ, ਅਤੇ ਮੇਰੇ ਐਫਰਟ ਨੂੰ ਸ਼ੇਅਰ ਕਰ ਦਿਆ ਕਰੋ ਮੈਕਸੀਮਮ ਪਰਸਨਸ ਤੱਕ, ਮੈਕਸੀਮਮ ਸਟੂਡੈਂਟਸ ਤੱਕ, ਤਾਂ ਕਿ ਉਹਨਾਂ ਨੂੰ ਵੀ ਬੈਨੀਫਿਟ ਮਿਲ ਸਕੇ, ਠੀਕ ਹੈ ਜੀ। ਥੈਂਕਸ ਫॉर ਵਾਚਿੰਗ ਦਿਸ ਵੀਡੀਓ। ਹੋਪ ਸੋ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊਗੀ। ਆਪਣਾ ਫੀਡਬੈਕ ਜ਼ਰੂਰ ਦੇ ਕੇ ਜਾਇਆ ਕਰੋ, ਠੀਕ ਹੈ ਜੀ। ਥੈਂਕ ਯੂ ਸੋ ਮਚ। ਮਿਲਦੇ ਹਾਂ ਨੈਕਸਟ ਵੀਡੀਓ 'ਚ।